हफ्ते भर दियां इमीग्रेशन ਦੇ ਨਾਲ ਜੁੜੀਆਂ ਹੋਈਆਂ ਖਬਰਾਂ ਲੈ ਕੇ ਮੈਂ ਬरुण कौर मान हाजिर। सत श्री अकाल जी, ਤੁਸੀਂ ਦੇਖ ਰਹੇ ਹੋ पंजाब मेल USA TV। ग्रीन कार्ड ਦੀ ਉਡੀਕ ਕਰ ਰਹੇ ਸੈਂਕੜੇ ਭਾਰਤੀ ਅਮਰੀਕੀਆਂ ਲਈ ਵੱਡੀ ਖੁਸ਼ਖਬਰੀ। ਅਮਰੀਕਾ ਵਿੱਚ ਪ੍ਰਵਾਸੀਆਂ ਦੇ 2.5 ਲੱਖ ਤੋਂ ਵੱਧ ਬੱਚਿਆਂ ਨੂੰ ਨਾਗਰਿਕਤਾ ਦੇਣ ਦੀ ਉੱਠੀ ਮੰਗ। ਅਹਿਮ ਖਬਰ, ਕੈਨੇਡਾ ਜਾਣ ਵਾਲਿਆਂ ਦੀ ਬਾਇਓਮੈਟ੍ਰਿਕਸ ਦੇ ਨਾਂ ਤੇ ਹੁੰਦੀ ਲੁੱਟ ਹੋਈ ਬੰਦ। 2026 ਤੋਂ ਬਾਅਦ ਸ਼ੇਨਗਨ ਵੀਜ਼ਾ ਲਈ ਆਨਲਾਈਨ ਅਪਲਾਈ ਕਰ ਸਕਣਗੇ ਭਾਰਤੀ। ਕੈਨੇਡਾ ਵਿੱਚ ਕੱਚੇ ਵਿਦੇਸ਼ੀ ਕਾਮੇ ਜਲਦ ਹੋ ਸਕਦੇ ਨੇ ਪੱਕੇ। ਕੈਨੇਡਾ ਦੀ ਪਾਰਲੀਮੈਂਟ ਵਿੱਚ ਸਪਾਊਸ ਵੀਜ਼ਾ, ਵਰਕ ਪਰਮਿਟ ਤੇ ਯਾਤਰੀ ਵੀਜ਼ੇ ਨੂੰ ਲੈ ਕੇ ਉੱਠੀ ਫਿਰ ਆਵਾਜ਼। ਕੈਨੇਡਾ ਦੇ ਹਵਾਈ ਮੁਸਾਫਰਾਂ ਨੂੰ ਪੈਣ ਲੱਗੀ ਦੋਹਰੀ ਮਾਰ। ਸੁਨਹਿਰੇ ਭਵਿੱਖ ਲਈ ਜਾਣਾ ਚਾਹੁੰਦੇ ਹੋ ਵਿਦੇਸ਼ ਤਾਂ ਜਲਦ ਕਰ ਸਕਦੇ ਹੋ ਤੁਸੀਂ ਜਰਮਨੀ ਦਾ ਜੌਬ ਸੀਕਰ ਵੀਜ਼ਾ ਅਪਲਾਈ। ਜੈਟ ਏਅਰਵੇਜ਼ ਮੁੜ ਉਡਾਣ ਭਰਨ ਲਈ ਤਿਆਰ, DGCA ਨੇ ਦਿੱਤੀ ਮਨਜ਼ੂਰੀ। ਆਸਟ੍ਰੇਲੀਆ ਵਿੱਚ ਕਾਮਿਆਂ ਨੂੰ ਮਿਲ ਸਕਦਾ ਹੈ ਵੱਡਾ ਅਧਿਕਾਰ, ਵਰਕਪਲੇਸ ਟ੍ਰਿਬਿਊਨਲ ਨੇ ਲਿਆ ਇਤਿਹਾਸਕ ਫੈਸਲਾ। ਤੁਸੀਂ ਦੇਖ ਰਹੇ ਹੋ ਵੀਕਲੀ ਇਮੀਗ੍ਰੇਸ਼ਨ ਅਪਡੇਟ। ਅਮਰੀਕਾ ਵਿੱਚ ਰਾਸ਼ਟਰਪਤੀ ਸਲਾਹਕਾਰ ਕਮਿਸ਼ਨ ਨੇ ਰਾਸ਼ਟਰਪਤੀ ਜੋ ਬਾਈਡਨ ਨੂੰ ਗ੍ਰੀਨ ਕਾਰਡ ਜਾਂ ਸਥਾਈ ਨਿਵਾਸ ਨਾਲ ਜੁੜੀਆਂ ਸਾਰੀਆਂ ਅਰਜ਼ੀਆਂ ਦਾ ਨਿਪਟਾਰਾ 6 ਮਹੀਨੇ ਦੇ ਅੰਦਰ ਕਰਨ ਦਾ ਸੁਝਾਅ ਦੇਣ ਸੰਬੰਧੀ ਪ੍ਰਸਤਾਵ ਨੂੰ ਸਰਬਸੰਮਤੀ ਨਾਲ ਮਨਜ਼ੂਰੀ ਦੇ ਦਿੱਤੀ ਹੈ। ਜੇਕਰ ਵਾਈਟ ਹਾਊਸ ਵੱਲੋਂ ਪ੍ਰੈਜ਼ੀਡੈਂਟਸ ਐਡਵਾਈਜ਼ਰੀ ਕਮਿਸ਼ਨ ਔਨ ਏਸ਼ੀਅਨ ਅਮਰੀਕਨਜ਼, ਨੇਟਿਵ ਹਵਾਈਨਜ਼ ਐਂਡ ਪੈਸੀਫਿਕ ਆਇਰਲੈਂਡਸ ਦੇ ਸੁਝਾਵਾਂ ਨੂੰ ਸਵੀਕਾਰ ਕਰ ਲਿਆ ਜਾਂਦਾ ਹੈ ਤਾਂ ਗ੍ਰੀਨ ਕਾਰਡ ਲਈ ਲੰਬੇ ਸਮੇਂ ਤੋਂ ਉਡੀਕ ਕਰ ਰਹੇ ਸੈਂਕੜੇ ਭਾਰਤੀ ਅਮਰੀਕੀਆਂ ਲਈ ਇਹ ਵੱਡੀ ਖੁਸ਼ਖਬਰੀ ਹੋਏਗੀ। ਇਸ ਬੈਠਕ ਦੌਰਾਨ ਭਾਰਤੀ ਅਮਰੀਕੀ ਭਾਈਚਾਰੇ ਦੇ ਨੇਤਾ ਅਜੇ ਜ਼ੈਨ ਪਟੋਰੀਆ ਨੇ ਇਸ ਸੰਬੰਧ ਵਿੱਚ ਇੱਕ ਪ੍ਰਸਤਾਵ ਰੱਖਿਆ ਸੀ ਜਿਸ ਨੂੰ ਸਾਰੇ 25 ਕਮਿਸ਼ਨਰਾਂ ਨੇ ਸਰਬਸੰਮਤੀ ਨਾਲ ਪਾਸ ਕਰ ਦਿੱਤਾ। ਰਾਜਧਾਨੀ ਵਿੱਚ ਆਯੋਜਿਤ ਇਸ ਬੈਠਕ ਦਾ ਪਿਛਲੇ ਹਫ਼ਤੇ ਸਿੱਧਾ ਪ੍ਰਸਾਰਣ ਕੀਤਾ ਗਿਆ ਸੀ। ਗ੍ਰੀਨ ਕਾਰਡ ਦੀਆਂ ਲੰਬਤ ਅਰਜ਼ੀਆਂ ਦੀ ਸੰਖਿਆ ਘਟਾਉਣ ਲਈ ਸਲਾਹਕਾਰ ਕਮਿਸ਼ਨ ਨੇ US ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਨੂੰ ਆਪਣੀਆਂ ਪ੍ਰਕਿਰਿਆਵਾਂ, ਪ੍ਰਣਾਲੀਆਂ ਅਤੇ ਨੀਤੀਆਂ ਦੀ ਸਮੀਖਿਆ ਕਰਨ, ਪ੍ਰਕਿਰਿਆਵਾਂ ਨੂੰ ਸੁਚਾਰੂ ਬਣਾ ਕੇ ਇਸ ਨੂੰ ਨਵੀਂ ਰੂਪਰੇਖਾ ਦੇਣ, ਬੇਲੋੜੀ ਪ੍ਰਕਿਰਿਆ ਨੂੰ ਸਮਾਪਤ ਕਰਨ, ਕਿਸੇ ਵੀ ਮਨਜ਼ੂਰੀ ਨੂੰ ਸਵੈਚਾਲਿਤ ਬਣਾਉਣ ਅਤੇ ਪ੍ਰਣਾਲੀ ਨੂੰ ਬਿਹਤਰ ਬਣਾਉਣ ਦੀ ਸਲਾਹ ਦਿੱਤੀ ਹੈ। ਇਸ ਦਾ ਉਦੇਸ਼ ਪਰਿਵਾਰ ਆਧਾਰਿਤ ਗ੍ਰੀਨ ਕਾਰਡ ਅਰਜ਼ੀਆਂ, ਡੈਫਰਡ ਐਕਸ਼ਨ ਫॉर ਚਾਈਲਡਹੁੱਡ ਅਰਾਈਵਲ ਪਾਲਿਸੀ ਦਾ ਨਵੀਨੀਕਰਨ, ਹੋਰ ਸਾਰੀਆਂ ਗ੍ਰੀਨ ਕਾਰਡ ਅਰਜ਼ੀਆਂ ਲਈ ਪ੍ਰੋਸੈਸਿੰਗ ਸਮੇਂ ਨੂੰ ਘਟਾਉਣ ਅਤੇ ਅਰਜ਼ੀਆਂ ਮਿਲਣ ਦੇ 6 ਮਹੀਨਿਆਂ ਦੇ ਅੰਦਰ ਇਸ ਦੀ ਨਿਪਟਾਰਾ ਕਰਨਾ ਹੈ। ਪਟੋਰੀਆ ਦੁਆਰਾ ਪੇਸ਼ ਕੀਤੇ ਗਏ ਦਸਤਾਵੇਜ਼ਾਂ ਦੇ ਅਨੁਸਾਰ ਵਿੱਤੀ ਸਾਲ 2021 ਲਈ ਉਪਲਬਧ 2,26,000 ਗ੍ਰੀਨ ਕਾਰਡਾਂ ਵਿੱਚੋਂ ਪਰਿਵਾਰ ਆਧਾਰਿਤ ਸਿਰਫ 65,452 ਗ੍ਰੀਨ ਕਾਰਡ ਜਾਰੀ ਕੀਤੇ ਗਏ। ਉੱਥੇ ਹੀ ਅਪ੍ਰੈਲ 2022 ਵਿੱਚ ਇਸ ਸੰਬੰਧ ਵਿੱਚ 4,21,358 ਲੋਕਾਂ ਦੇ ਇੰਟਰਵਿਊ ਪੈਂਡਿੰਗ ਸਨ, ਜਦੋਂ ਕਿ ਮਾਰਚ ਵਿੱਚ ਇਹ ਗਿਣਤੀ 4,36,700 ਸੀ। ਡੈਮੋਕ੍ਰੈਟਿਕ ਪਾਰਟੀ ਦੇ ਸੰਸਦ ਮੈਂਬਰਾਂ ਦੇ ਇੱਕ ਸਮੂਹ ਨੇ ਅਮਰੀਕਾ ਵਿੱਚ ਪ੍ਰਵਾਸ ਕਰਨ ਦੇ ਚਾਹਵਾਨ 21 ਸਾਲ ਤੋਂ ਘੱਟ ਉਮਰ ਦੇ ਲਗਭਗ 2,50,000 ਲੋਕਾਂ ਨੂੰ ਨਾਗਰਿਕਤਾ ਦੇਣ ਲਈ ਇੱਕ ਐਕਟ ਪਾਸ ਕਰਨ ਲਈ ਮੁੜ ਅਪੀਲ ਕੀਤੀ ਹੈ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਭਾਰਤੀ ਅਮਰੀਕੀ ਨੇ। ਕੈਲੀਫੋਰਨੀਆ ਦੇ ਸੈਨੇਟਰ ਐਲੈਕਸ ਪੈਡੇਲਾ ਅਤੇ ਅਮਰੀਕੀ ਕਾਂਗਰਸ ਮੈਂਬਰ ਡੈਬੋਰਾ ਰੌਸ ਦੀ ਅਗਵਾਈ ਵਾਲੇ ਕਾਨੂੰਨ ਸਾਜ਼ਾਂ ਨੇ ਸੈਨੇਟ ਅਤੇ ਪ੍ਰਤੀਨਿਧ ਸਦਨ ਵਿੱਚ ਆਪਣੇ ਸਹਿਯੋਗੀਆਂ ਨੂੰ ਅਮਰੀਕਨ ਦਾ ਚਿਲਡਰਨ ਐਕਟ ਪਾਸ ਕਰਨ ਦੀ ਅਪੀਲ ਕੀਤੀ ਹੈ, ਜੋ ਅਮਰੀਕਾ ਵਿੱਚ ਪ੍ਰਵਾਸ ਕਰ ਗਏ ਪਰ ਗ੍ਰੀਨ ਕਾਰਡ ਪਾਉਣ ਦਾ ਇੰਤਜ਼ਾਰ ਕਰ ਰਹੇ ਲੋਕਾਂ ਦੇ ਬੱਚਿਆਂ ਨੂੰ ਇੱਥੇ ਰਹਿਣ ਦੀ ਆਗਿਆ ਪ੍ਰਦਾਨ ਕਰੇਗਾ। ਗ੍ਰੀਨ ਕਾਰਡ ਲਈ ਵੱਡੀ ਗਿਣਤੀ ਵਿੱਚ ਦਰਖਾਸਤਾਂ ਆਉਣ ਕਾਰਨ ਉਹਨਾਂ ਨੂੰ ਇਹ ਪੱਕਾ ਰਿਹਾਇਸ਼ੀ ਕਾਰਡ ਅਜੇ ਤੱਕ ਨਹੀਂ ਮਿਲ ਸਕਿਆ ਹੈ। ਗ੍ਰੀਨ ਕਾਰਡ ਨੂੰ ਅਧਿਕਾਰਤ ਤੌਰ ਤੇ ਸਥਾਈ ਨਿਵਾਸ ਕਾਰਡ ਵਜੋਂ ਜਾਣਿਆ ਜਾਂਦਾ ਹੈ। ਇਸ ਸਬੂਤ ਵਜੋਂ ਸੰਯੁਕਤ ਰਾਜ ਵਿੱਚ ਪ੍ਰਵਾਸੀਆਂ ਨੂੰ ਜਾਰੀ ਕੀਤਾ ਗਿਆ ਇੱਕ ਦਸਤਾਵੇਜ਼ ਹੈ ਕਿ ਧਾਰਕ ਨੂੰ ਸੰਯੁਕਤ ਰਾਜ ਵਿੱਚ ਸਥਾਈ ਨਿਵਾਸ ਦਾ ਵਿਸ਼ੇਸ਼ ਅਧਿਕਾਰ ਦਿੱਤਾ ਗਿਆ ਹੈ। ਵਰਣਨਯੋਗ ਹੈ ਕਿ ਅਮਰੀਕਾ ਵਿੱਚ ਪ੍ਰਵਾਸ ਕਰਨ ਵਾਲੇ ਪ੍ਰਵਾਸੀਆਂ ਦੇ ਲਗਭਗ 2,50,000 ਬੱਚੇ ਕਾਨੂੰਨੀ ਤੌਰ ਤੇ ਅਮਰੀਕਾ ਵਿੱਚ ਪਲਦੇ ਨੇ ਅਤੇ ਪਰ 21 ਸਾਲ ਦੇ ਹੋਣ ਤੇ ਉਹਨਾਂ ਨੂੰ ਡਿਪੋਰਟ ਕੀਤੇ ਜਾਣ ਦੇ ਜ਼ੋਖਮ ਦਾ ਸਾਹਮਣਾ ਕਰਨਾ ਪੈਂਦਾ ਹੈ। ਐਡੀਲਾ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ ਕਿ ਇਹਨਾਂ ਬੱਚਿਆਂ ਲਈ 21 ਸਾਲ ਦੇ ਹੋਣ ਦਾ ਮਤਲਬ ਹੈ ਇੱਕ ਅਸੰਭਵ ਵਿਕਲਪ ਦਾ ਸਾਹਮਣਾ ਕਰਨਾ। ਜਾਂ ਤਾਂ ਉਹ ਆਪਣੇ ਪਰਿਵਾਰਾਂ ਨੂੰ ਛੱਡ ਕੇ ਘਰ ਪਰਤਦੇ ਨੇ ਜਿਸ ਨਾਲ ਉਹ ਸ਼ਾਇਦ ਹੀ ਕੋਈ ਸੰਬੰਧ ਮਹਿਸੂਸ ਕਰਦੇ ਹਨ, ਜਾਂ ਬਿਨਾਂ ਦਸਤਾਵੇਜ਼ ਤੇ ਅਮਰੀਕਾ ਵਿੱਚ ਲੁਕ ਕੇ ਰਹਿਣ। ਭਾਰਤੀ ਅਮਰੀਕੀ ਸੰਸਦ ਮੈਂਬਰ ਏਮੀ ਬੇਰਾ ਨੇ ਕਿਹਾ ਕਿ ਬੱਚੇ ਅਮਰੀਕਾ ਵਿੱਚ ਵੱਡੇ ਹੋਏ ਨੇ ਅਤੇ ਉਹ ਇਸ ਦੇਸ਼ ਨੂੰ ਹੀ ਆਪਣਾ ਘਰ ਮੰਨਦੇ ਨੇ, ਫਿਰ ਵੀ ਉਹ 21 ਸਾਲ ਦੀ ਉਮਰ ਹੋਣ ਤੇ ਸਵਦੇਸ਼ ਭੇਜੇ ਜਾਣ ਦੇ ਜ਼ੋਖਮ ਦਾ ਸਾਹਮਣਾ ਕਰਦੇ ਨੇ, ਕਿਉਂਕਿ ਇਮੀਗ੍ਰੇਸ਼ਨ ਪ੍ਰਣਾਲੀ ਵਿੱਚ ਬਹੁਤ ਸਾਰੀਆਂ ਅਰਜ਼ੀਆਂ ਲੰਬਤ ਨੇ ਜੋ ਕਿ ਗ੍ਰੀਨ ਕਾਰਡਾਂ ਲਈ ਨੇ। ਉਹਨਾਂ ਨੇ ਕਿਹਾ ਕਿ ਇਹਨਾਂ ਬੱਚਿਆਂ ਨੂੰ ਸੁਰੱਖਿਆ ਪ੍ਰਦਾਨ ਕਰਨ ਲਈ ਸੰਸਦ ਨੂੰ ਅਮਰੀਕਾ ਦਾ ਚਿਲਡਰਨ ਐਕਟ ਪਾਸ ਕਰਨਾ ਚਾਹੀਦਾ ਹੈ। ਕੈਨੇਡਾ ਜਾਣ ਦੇ ਪ੍ਰੋਸੈਸ ਵਿੱਚ ਇੱਕ ਕੜੀ ਬਾਇਓਮੈਟ੍ਰਿਕਸ ਵੀ ਹੁੰਦੀ ਹੈ, ਜਿਸ ਵਿੱਚ ਐਮਬੈਸੀ ਵੱਲੋਂ ਬਾਇਓਮੈਟ੍ਰਿਕਸ ਕਰਵਾਉਣ ਲਈ ਪ੍ਰਵਾਸ ਕਰਨ ਵਾਲੇ ਨੂੰ ਬੁਲਾਇਆ ਜਾਂਦਾ ਹੈ। ਇਸ ਲਈ ਐਮਬੈਸੀ ਨੂੰ ਈਮੇਲ ਭੇਜ ਕੇ ਬਾਇਓਮੈਟ੍ਰਿਕਸ ਕਰਵਾਉਣ ਲਈ
ਤਾਰੀਖ ਲਈ ਜਾਂਦੀ ਸੀ ਜੋ 10-15 ਦਿਨਾਂ ਦੇ ਵਕਫੇ ਦੀ ਹੁੰਦੀ ਸੀ। ਇਸ ਪ੍ਰੋਸੈਸ ਦਾ ਲਾਹਾ ਲੈ ਕੇ ਪੰਜਾਬ ਵਿਚਾਲੇ ਇਮੀਗ੍ਰੇਸ਼ਨ ਏਜੰਟਾਂ ਵੱਲੋਂ ਨਾਜਾਇਜ਼ ਤਰੀਕੇ ਨਾਲ ਮਿਲੀ ਭੁਗਤ ਅਤੇ ਚੋਰ ਮੋਰੀਆਂ ਰਾਹੀਂ ਕੈਨੇਡਾ ਜਾਣ ਦੇ ਚਾਹਵਾਨਾਂ ਕੋਲੋਂ ਬਾਇਓਮੈਟ੍ਰਿਕਸ ਕਰਵਾਉਣ ਦੇ ਨਾਂ ਤੇ ਪਹਿਲਾਂ ਜਾਲੀ ਤਰੀਕੇ ਨਾਲ ਹਜ਼ਾਰਾਂ ਮੇਲਾਂ ਭੇਜ ਕੇ ਡੇਟਸ ਬੁੱਕ ਕਰ ਲਈਆਂ ਜਾਂਦੀਆਂ ਸੀ। ਜਦੋਂ ਕਿਸੇ ਨੂੰ ਬਾਇਓਮੈਟ੍ਰਿਕਸ ਕਰਵਾਉਣ ਲਈ ਤਾਰੀਖ ਨਹੀਂ ਮਿਲਦੀ ਸੀ ਤਾਂ ਏਜੰਟ 15 ਤੋਂ 50,000 ਰੁਪਏ ਲੈ ਕੇ ਉਸ ਮੇਲ ਰਾਹੀਂ ਬੁੱਕ ਕੀਤੀ ਹੋਈ ਡੇਟ ਗਾਹਕ ਨੂੰ ਉਪਲਬਧ ਕਰਵਾ ਦਿੰਦੇ ਸਨ ਤਾਂ ਕਿ ਚਾਹਵਾਨਾਂ ਨੂੰ ਕੈਨੇਡਾ ਦਾ ਵੀਜ਼ਾ ਮਿਲ ਸਕੇ। ਇਹ ਘਪਲਾ ਪਹਿਲਾਂ ਪੰਜਾਬ ਦੇ ਜਲੰਧਰ ਤੇ ਫਿਰ ਚੰਡੀਗੜ੍ਹ ਤੋਂ ਬਾਅਦ ਦਿੱਲੀ, ਬੰਬਈ, ਹੈਦਰਾਬਾਦ ਆਦਿ ਤੋਂ ਹੁੰਦਾ ਹੋਇਆ ਪੂਰੇ ਭਾਰਤ ਵਿੱਚ ਫੈਲ ਗਿਆ। ਏਜੰਟਾਂ ਨੇ ਦੇਖਾ ਦੇਖੀ ਹੋਰ ਲੋਕਾਂ ਦੇ ਪਾਸਪੋਰਟ ਨੰਬਰ ਦੇ ਕੇ ਅੰਬੈਸੀ ਦੀਆਂ 6 ਮਹੀਨੇ ਤੱਕ ਦੀਆਂ ਬਾਇਓਮੈਟ੍ਰਿਕਸ ਦੀਆਂ ਤਾਰੀਖਾਂ ਪਹਿਲਾਂ ਹੀ ਜਾਲੀ ਤਰੀਕੇ ਨਾਲ ਬੁੱਕ ਕਰਵਾ ਲਈਆਂ ਤੇ ਲੋੜਵੰਦਾਂ ਨੂੰ 6 ਮਹੀਨੇ ਤੱਕ ਤਾਰੀਖ ਨਹੀਂ ਮਿਲਦੀ ਸੀ ਤਾਂ ਕੁਝ ਲੋਕਾਂ ਨੂੰ ਨੇਪਾਲ ਜਾਂ ਹੋਰ ਨਜ਼ਦੀਕੀ ਦੇਸ਼ਾਂ ਵਿੱਚ ਜਾਣ ਲਈ ਮਜਬੂਰ ਹੋਣਾ ਪੈਂਦਾ ਸੀ। ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਕੈਨੇਡਾ ਦੀ ਸਰਕਾਰ ਨੇ ਇਸ ਸਾਰੇ ਘਪਲੇ ਲਈ ਅੰਦਰੂਨੀ ਤੌਰ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹੁਣ ਕੈਨੇਡਾ ਸਰਕਾਰ ਨੇ ਬਾਇਓਮੈਟ੍ਰਿਕਸ ਲੈਣ ਦਾ ਢੰਗ ਬਦਲ ਲਿਆ ਹੈ। ਇਸ ਕਾਰਨ ਪਹਿਲਾਂ ਅੰਬੈਸੀ ਵਿੱਚ ਸਾਰੀ ਫਾਰਮੈਲਿਟੀਜ਼ ਅਤੇ ਪੇਪਰ ਜਮ੍ਹਾਂ ਹੋਣ ਤੋਂ ਬਾਅਦ ਬਾਇਓਮੈਟ੍ਰਿਕਸ ਕਰਵਾਉਣ ਲਈ ਪੱਤਰ ਜਾਰੀ ਹੁੰਦਾ ਹੈ। ਉਸ ਪੱਤਰ ਤੇ ਅਮਲ ਕਰਦਿਆਂ ਕੁਝ ਦਿਨਾਂ ਵਿੱਚ ਹੀ ਬਗੈਰ ਕਿਸੇ ਏਜੰਟ ਤੋਂ ਬਾਇਓਮੈਟ੍ਰਿਕਸ ਹੋ ਜਾਂਦੀ ਹੈ। यूरोपी संघ कमीशन ने अपनियां योजनावां दा खुलासा करते हुए दावा किया है कि 2026 तक एक अजिहा मंच स्थापित करेगा जो शैंगन वीज़ा मुक्त प्रणाली के तहत भारतीयों समेत तीसरे देशों के नागरिकों को पूरी तरह नाल ऑनलाइन अप्लाई करने की आग्ञा देगा। शैंगन वीज़ा एक अजिहा वीज़ा है जिस दे लई अप्लाई करन ते तुसीं यूरोप के 26 देश घूम सकोगे। शैंगन यूरोप के पासपोर्ट फ्री ਜ਼ੋਨ ਨੂੰ ਕਹਿੰਦੇ ਨੇ। ਇਸ ਜ਼ੋਨ ਵਿੱਚ ਯੂਰਪ ਦੇ ਜ਼ਿਆਦਾਤਰ ਦੇਸ਼ ਸ਼ਾਮਲ ਨੇ। ਇਹ ਦੁਨੀਆ ਦਾ ਸਭ ਤੋਂ ਵੱਡਾ ਵੀਜ਼ਾ ਫ੍ਰੀ ਟਰੈਵਲ ਏਰੀਆ ਵੀ ਹੈ। ਸ਼ੈਂਗਨ ਵੀਜ਼ਾ ਇੱਕ ਸ਼ਾਰਟ ਸਟੇ ਵੀਜ਼ਾ ਹੈ ਜਿਸ ਦੇ ਲਈ ਵਿਅਕਤੀ ਸ਼ੈਂਗਨ ਜ਼ੋਨ ਹੈ ਜਿਸ ਦੇ ਰਾਹੀਂ ਵਿਅਕਤੀ ਸ਼ੈਂਗਨ ਜ਼ੋਨ ਦੇ ਕਿਸੇ ਵੀ ਏਰੀਆ ਵਿੱਚ 90 ਦਿਨਾਂ ਤੱਕ ਟੂਰਿਜ਼ਮ ਜਾਂ ਬਿਜ਼ਨਸ ਲਈ ਰੁਕ ਸਕਦਾ ਹੈ। ਯੂਰਪ ਵਿੱਚ ਸ਼ੈਂਗਨ ਵੀਜ਼ਾ ਬਹੁਤ ਆਮ ਹੈ। ਇਹ ਵਿਅਕਤੀ ਨੂੰ ਸ਼ੈਂਗਨ ਮੈਂਬਰ ਕੰਟਰੀਜ਼ ਵਿੱਚ ਰੋਕ ਟੋਕ ਤੋਂ ਬਿਨਾਂ ਟਰੈਵਲ ਕਰਨ ਦੀ ਆਗਿਆ ਦਿੰਦਾ ਹੈ। ਸ਼ੈਂਗਨ ਜ਼ੋਨ ਵਿੱਚ ਕੋਈ ਬਾਰਡਰ ਕੰਟਰੋਲ ਨਹੀਂ ਹੈ। ਸ਼ੈਂਗਨ ਐਗਰੀਮੈਂਟ ਤੇ ਸਾਈਨ ਕਰਕੇ ਆਪਣੀ ਬਾਰਡਰ ਵਿੱਚ ਟਰੈਵਲ ਕਰਨ ਦੀ ਆਜ਼ਾਦੀ यूरोप के 26 देशों ने दी है। ये देश ने ऑस्ट्रेलिया, बेल्जियम, चेक रिपब्लिक, डेनमार्क, एस्टोनिया, फिनलैंड, फ्रांस, जर्मनी, ग्रीस, हंगरी, आइसलैंड, इटली, लातीबिया, लिक्टेनस्टाइन, लिथुआनिया, लक्समबर्ग, माल्टा, नीदरलैंड, नार्वे, पुर्तगाल, स्लोवाकिया, स्लोवेनिया, स्पेन, स्वीडन और स्विट्जरलैंड। ਕੈਨੇਡਾ 'ਚ ਪੱਕੇ ਹੋਣ ਦੀ ਉਡੀਕ ਵਿੱਚ ਬੈਠੇ ਕੱਚੇ ਵਿਦੇਸ਼ੀ ਕਾਮਿਆਂ ਦੀਆਂ ਆਸਾਂ ਨੂੰ ਜਲਦ ਬੂਰ ਪੈ ਸਕਦਾ ਹੈ ਕਿਉਂਕਿ ਨਾ ਕਾਮਿਆਂ ਦੀ ਪੀਆਰ ਤੱਕ ਪਹੁੰਚ ਯਕੀਨੀ ਬਣਾਉਣ ਲਈ ਸੰਸਦ ਦੇ ਹੇਠਲੇ ਸਦਨ ਵਿੱਚ ਮਤਾ ਸਰਬਸੰਮਤੀ ਨਾਲ ਪਾਸ ਹੋ ਗਿਆ। ਸਿੱਖ ਐਮਪੀ ਰਣਦੀਪ ਸਰਾਏ ਵੱਲੋਂ ਪੇਸ਼ ਕੀਤੇ ਗਏ ਇਸ ਮਤੇ ਤੇ ਹਾਊਸ ਆਫ ਕਾਮਨਸ ਵਿੱਚ ਸਹਿਮਤੀ ਬਣ ਗਈ ਹੈ। ਸ੍ਰੀ ਸੈਂਟਰ ਤੋਂ ਐਮਪੀ ਰਣਦੀਪ ਸਿੰਘ ਸਰਾਏ ਨੇ ਕੱਚੇ ਵਿਦੇਸ਼ੀ ਕਾਮਿਆਂ ਦੀ ਕੈਨੇਡਾ ਦੀ ਪਰਮਾਨੈਂਟ ਰੈਜ਼ੀਡੈਂਸੀ ਤੱਕ ਪਹੁੰਚ ਯਕੀਨੀ ਬਣਾਉਣ ਸੰਬੰਧੀ ਪ੍ਰਾਈਵੇਟ ਮੈਂਬਰ ਬਿੱਲ M44 ਨਾਂ ਦਾ ਮਤਾ ਪੇਸ਼ ਕੀਤਾ ਜਿਸ ਤੇ ਹਾਊਸ ਆਫ ਕਾਮਨਸ ਨੇ ਥੋੜੀ ਬਹਿਸ ਮਗਰੋਂ ਸਹਿਮਤੀ ਦੀ ਮੋਹਰ ਲਾ ਦਿੱਤੀ। ਪਿਛਲੇ ਦਿਨੀ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਨੇ ਐਲਾਨ ਕੀਤਾ ਸੀ ਕਿ ਕੋਰੋਨਾ ਕਰਕੇ ਤੇ ਕੁਝ ਦੇਸ਼ਾਂ ਦੇ ਸ਼ਰਨਾਰਥੀਆਂ ਨੂੰ ਟਿਕਾਣਾ ਦੇਣ ਲਈ ਲੱਗੇ ਸਮੇਂ ਕਰਕੇ ਸਪਾਊਸ ਵਰਕ ਪਰਮਿਟ ਅਤੇ ਯਾਤਰੀ ਵੀਜ਼ਿਆਂ ਵਿੱਚ ਖੜੋਤਾਈ ਸੀ ਤੇ ਇਹ ਵੀਜ਼ੇ ਇੱਕ ਵਾਰ ਤੋਂ ਫਿਰ ਖੋਲ ਦਿੱਤੇ ਗਏ ਨੇ। ਬੀਤੇ ਦਿਨੀ ਇਹਨਾਂ ਵੀਜ਼ਿਆਂ ਨੂੰ ਲੈ ਕੇ ਪਾਰਲੀਮੈਂਟ ਮੈਂਬਰ ਮਿਸਟਰ ਹਾਲ ਨੇ ਫਿਰ ਆਵਾਜ਼ ਉਠਾਈ ਤੇ ਕਿਹਾ ਕਿ ਬੜੀ ਹੈਰਾਨੀ ਹੈ ਕਿ ਸਪਾਊਸ ਵੀਜ਼ੇ ਵਾਲੇ ਲੋਕਾਂ ਨੂੰ ਲੰਬਾ ਸਮਾਂ ਇੰਤਜ਼ਾਰ ਕਰਨਾ ਪੈ ਰਿਹਾ ਹੈ ਤੇ ਬਹੁਤ ਸਾਰੇ ਲੋਕ ਜਿਨ੍ਹਾਂ ਦਾ ਮੈਡੀਕਲ ਹੋਇਆ ਹੈ ਨੂੰ 2 ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਜਦੋਂ ਕਿ ਇਹ ਸਮਾਂ 15 ਤੋਂ 30 ਦਿਨ ਦਾ ਹੁੰਦਾ ਹੈ। ਉਹਨਾਂ ਨੇ ਕਿਹਾ ਕਿ ਵਰਕ ਪਰਮਿਟ ਤੇ ਯਾਤਰੀ ਵੀਜ਼ੇ ਵਾਲੇ ਲੋਕਾਂ ਨੂੰ 5 ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ। ਦੱਸ ਦੇਣਾ ਚਾਹੁੰਦੇ ਹਾਂ ਕਿ ਬੀਤੇ ਦਿਨੀ ਕੈਨੇਡਾ ਦੀ ਇਮੀਗ੍ਰੇਸ਼ਨ ਨੇ ਇਹ ਮੰਨਿਆ ਸੀ ਕਿ ਉਹਨਾਂ ਕੋਲ ਸਟਾਫ ਦੀ ਬਹੁਤ ਘਾਟ ਹੈ ਤੇ ਜਲਦੀ ਪੂਰੀ ਕਰਕੇ ਇਹਨਾਂ ਵੀਜ਼ਿਆਂ ਲਈ ਤੇਜ਼ੀ ਨਾਲ ਕੰਮ ਕੀਤਾ ਜਾਏਗਾ। ਕੈਨੇਡਾ ਦੇ ਹਵਾਈ ਅੱਡਿਆਂ ਤੇ ਖੱਜਲ ਖੁਆਰ ਹੋ ਰਹੇ ਮੁਸਾਫਰਾਂ ਦੀ ਸਾਰ ਲੈਣ ਵਾਲਾ ਕੋਈ ਨਹੀਂ। ਸ਼ੁਰੂ ਵਿੱਚ ਵਿਦੇਸ਼ ਜਾਣ ਵਾਲੇ ਮੁਸਾਫਰਾਂ ਨੂੰ ਲੰਬੀਆਂ ਕਤਾਰਾਂ ਦਾ ਸਾਹਮਣਾ ਕਰਨਾ ਪਿਆ ਪਰ ਹੁਣ ਹਾਲਾਤ ਹੋਰ ਵੀ ਬਦਤਰ ਹੋ ਚੁੱਕੇ ਨੇ ਤੇ ਹਵਾਈ ਅੱਡੇ ਤੇ ਉਤਰੇ ਜਹਾਜ਼ ਵਿੱਚ ਸਵਾਰ ਮੁਸਾਫਰਾਂ ਨੂੰ 1 ਘੰਟੇ ਤੱਕ ਢੱਕ ਕੇ ਰੱਖਿਆ ਜਾਂਦਾ ਹੈ। ਮਿਸਾਲ ਦੇ ਤੌਰ ਤੇ ਐਤਵਾਰ ਨੂੰ ਪੀਅਰਸਨ ਹਵਾਈ ਅੱਡੇ ਤੇ ਉਤਰੀਆਂ 120 ਫਲਾਈਟਸ ਵਿੱਚ ਸਵਾਰ ਮੁਸਾਫਰਾਂ ਨੂੰ ਬਾਹਰ ਆਉਣ ਲਈ 20 ਮਿੰਟ ਤੋਂ 1 ਘੰਟੇ ਤੱਕ ਉਡੀਕ ਕਰਨੀ ਪਈ ਸੀ। ਰੋਜ਼ਗਾਰ ਦੀ ਭਾਲ ਵਿੱਚ ਵਿਦੇਸ਼ ਜਾਣਾ ਅੱਜਕੱਲ ਸਿਰਫ ਮੁੰਡਿਆਂ ਦਾ ਨਹੀਂ ਸਗੋਂ ਕੁੜੀਆਂ ਦਾ ਸੁਪਨਾ ਵੀ ਬਣਦਾ ਜਾ ਰਿਹਾ। ਜੇਕਰ ਤੁਸੀਂ ਵੀ ਆਪਣੇ ਸੁਨਹਿਰੀ ਭਵਿੱਖ ਲਈ ਵਿਦੇਸ਼ ਜਾਣਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਜਰਮਨੀ ਸਰਕਾਰ ਵਧੀਆ ਮੌਕਾ ਲੈ ਕੇ ਆਈ ਹੈ। ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਆਪਣੀ ਆਰਥਿਕਤਾ ਨੂੰ ਹੁਲਾਰਾ ਦੇਣ ਲਈ
ਜਰਮਨੀ ਹੁਨਰਮੰਦ ਅਤੇ ਯੋਗਤਾ ਪ੍ਰਾਪਤ ਕਰਮਚਾਰੀਆਂ ਨੂੰ ਨਿਯੁਕਤ ਕਰਨ ਦੀ ਯੋਜਨਾ ਬਣਾ ਰਿਹਾ। ਜਰਮਨੀ ਸਰਕਾਰ ਨੇ ਜੌਬ ਸੀਕਰ ਵੀਜ਼ਾ ਜਾਰੀ ਕਰਨਾ ਸ਼ੁਰੂ ਕਰ ਦਿੱਤਾ ਹੈ। ਜੌਬ ਸੀਕਰ ਵੀਜ਼ਾ ਜਰਮਨੀ ਤੁਹਾਨੂੰ 6 ਮਹੀਨਿਆਂ ਲਈ ਜਰਮਨੀ ਵਿੱਚ ਰਹਿਣ ਅਤੇ ਨੌਕਰੀ ਲੱਭਣ ਦਾ ਸਮਾਂ ਦਿੰਦਾ ਹੈ। ਜੇਕਰ ਤੁਹਾਨੂੰ ਇਹਨਾਂ 6 ਮਹੀਨਿਆਂ ਵਿੱਚ ਨੌਕਰੀ ਮਿਲ ਜਾਂਦੀ ਹੈ ਤਾਂ ਤੁਹਾਨੂੰ ਜਰਮਨੀ ਦਾ ਵਰਕ ਵੀਜ਼ਾ ਮਿਲ ਜਾਏਗਾ ਤੇ ਤੁਸੀਂ ਉੱਥੇ ਲੰਬੇ ਸਮੇਂ ਤੱਕ ਰਹਿ ਸਕੋਗੇ। ਜੌਬ ਸੀਕਰ ਵੀਜ਼ਾ ਪ੍ਰਾਪਤ ਕਰਨ ਦਾ ਇਹ ਮਤਲਬ ਨਹੀਂ ਹੈ ਕਿ ਤੁਹਾਨੂੰ ਤੁਰੰਤ ਨੌਕਰੀ ਸ਼ੁਰੂ ਕਰਨੀ ਪਏਗੀ। ਇਹ ਵੀਜ਼ਾ ਤੁਹਾਨੂੰ 6 ਮਹੀਨਿਆਂ ਲਈ ਜਰਮਨੀ ਵਿੱਚ ਰਹਿ ਕੇ ਨੌਕਰੀ ਦੀ ਭਾਲ ਕਰਨ ਦੀ ਆਗਿਆ ਦਿੰਦਾ ਹੈ। ਭਾਵ ਤੁਸੀਂ ਜਰਮਨੀ ਵਿੱਚ ਰਹਿ ਕੇ ਨੌਕਰੀ ਲੱਭ ਸਕਦੇ ਹੋ। ਜੇਕਰ ਤੁਸੀਂ ਜਰਮਨੀ ਵਿੱਚ ਚੰਗੀ ਨੌਕਰੀ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਜਰਮਨ ਭਾਸ਼ਾ ਦਾ ਗਿਆਨ ਹੋਣਾ ਚਾਹੀਦਾ ਹੈ। ਕਿਸੇ ਜਰਮਨ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ, ਮਾਸਟਰਸ ਡਿਗਰੀ ਜਾਂ ਬਰਾਬਰ ਦੀ ਵਿਦੇਸ਼ ਡਿਗਰੀ, ਤੁਹਾਡੇ ਸਿੱਖਿਆ ਨਾਲ ਸੰਬੰਧਿਤ ਖੇਤਰ ਵਿੱਚ ਘੱਟੋ-ਘੱਟ 5 ਸਾਲ ਦਾ ਤਜਰਬਾ, ਤੁਹਾਡੇ ਕੋਲ ਜਰਮਨੀ ਵਿੱਚ ਆਪਣੇ ਖਰਚਿਆਂ ਨੂੰ ਪੂਰਾ ਕਰਨ ਲਈ ਲੋੜੀਂਦਾ ਫੰਡ ਹੋਣਾ ਲਾਜ਼ਮੀ ਹੋਣਾ ਚਾਹੀਦਾ ਹੈ। ਜਰਮਨੀ ਵਿੱਚ ਆਪਣੇ ਰਹਿਣ ਲਈ ਜਾਂ ਤਾਂ ਜਦੋਂ ਤੱਕ ਤੁਹਾਨੂੰ ਆਪਣਾ ਵਰਕ ਪਰਮਿਟ ਨਹੀਂ ਮਿਲਦਾ, ਯਾਤਰਾ ਜਾਂ ਮੈਡੀਕਲ ਬੀਮਾ ਲੈ ਸਕਦੇ ਹੋ। ਜੈਟ ਏਅਰਵੇਜ਼ ਇੱਕ ਵਾਰ ਫਿਰ ਤੋਂ ਉਡਾਣ ਭਰਨ ਲਈ ਤਿਆਰ ਹੈ। ਹਵਾਬਾਜ਼ੀ ਖੇਤਰ ਦੇ ਰੈਗੂਲੇਟਰ DGCA ਨੇ ਜੈਟ ਏਅਰਵੇਜ਼ ਨੂੰ ਉਡਾਣ ਭਰਨ ਲਈ 에ਅਰ ਆਪਰੇਟਰ ਸਰਟੀਫਿਕੇਟ ਦਿੱਤਾ ਹੈ, ਜਿਸ ਤੋਂ ਬਾਅਦ 에ਅਰਲਾਈਨ ਆਪਣਾ ਵਪਾਰਕ ਉਡਾਣ ਸੰਚਾਲਨ ਮੁੜ ਸ਼ੁਰੂ ਕਰੇਗੀ। ਜੈਟ ਏਅਰਵੇਜ਼ ਆਪਣੀ ਪਹਿਲੀ ਘਰੇਲੂ ਉਡਾਣ ਜੁਲਾਈ ਅਤੇ ਸਤੰਬਰ ਦਰਮਿਆਨ ਦਿੱਲੀ ਅਤੇ ਬੰਬਈ ਵਿਚਕਾਰ ਉਡਾਣ ਭਰ ਕੇ ਸ਼ੁਰੂ ਕਰ ਸਕਦੀ ਹੈ। 15 ਮਈ ਤੋਂ 17 ਮਈ ਦੇ ਵਿਚਕਾਰ ਜੈਟ ਏਅਰਵੇਜ਼ ਦੀ ਪ੍ਰੋਵਿੰਗ ਫਲਾਈਟ ਨੇ 에ਅਰ ਆਪਰੇਟਰ ਸਰਟੀਫਿਕੇਟ ਹਾਸਲ ਕਰਨ ਲਈ ਹਵਾਬਾਜ਼ੀ ਰੈਗੂਲੇਟਰ DGCA ਨੂੰ ਸੰਤੁਸ਼ਟ ਕਰਨ ਲਈ ਕਈ ਵਾਰ ਦਿੱਲੀ ਤੋਂ ਉਡਾਣ ਭਰੀ ਸੀ। 에ਅਰਲਾਈਨਸ ਦੇ ਅਧਿਕਾਰੀਆਂ ਨੇ DGCA ਦੇ ਅਧਿਕਾਰੀਆਂ ਨਾਲ ਪ੍ਰੋਵਿੰਗ ਉਡਾਣ ਵਿੱਚ ਯਾਤਰੀ ਦੇ ਰੂਪ ਵਿੱਚ ਯਾਤਰਾ ਕੀਤੀ ਸੀ। ਇਸ ਦੇ ਨਾਲ ਹੀ ਕੈਬਿਨ ਕਰੂ ਮੈਂਬਰ ਵੀ ਸੀ। ਜੈਟ ਏਅਰਵੇਜ਼ ਕੋਲ ਇਸ ਸਮੇਂ 9 ਹਵਾਈ ਜਹਾਜ਼ ਨੇ, ਜਿਨ੍ਹਾਂ ਵਿੱਚੋਂ 5 ਬੋਇੰਗ 777 ਅਤੇ ਬੋਇੰਗ 7387 ਸ਼ਾਮਲ ਨੇ, ਜੋ ਕਿ 4 ਨੇ। ਦੱਸ ਦਈਏ ਕਿ 5 ਮਈ ਨੂੰ ਜੈਟ ਏਅਰਵੇਜ਼ ਨੇ ਹੈਦਰਾਬਾਦ ਤੋਂ ਦਿੱਲੀ ਲਈ ਇੱਕ ਟੈਸਟ ਫਲਾਈਟ ਕੀਤੀ ਸੀ। ਇਹ ਵੀ ਤੁਹਾਨੂੰ ਦੱਸ ਦਿੰਦੇ ਹਾਂ ਕਿ ਇਹ ਫਲਾਈਟ ਪੂਰੇ 3 ਸਾਲਾਂ ਬਾਅਦ ਉਡਾਨ ਭਰੀ ਗਈ ਸੀ, ਕਿਉਂਕਿ 2019 ਵਿੱਚ ਕੰਪਨੀ ਦੇ ਦਿਵਾਲੀਆ ਹੋਣ ਕਾਰਨ ਸੇਵਾਵਾਂ ਬੰਦ ਹੋ ਗਈਆਂ ਸੀ। ਪਹਿਲਾਂ ਇਸ ਦੇ ਨਰੇਸ਼ ਗੋਇਲ ਜੈਟ ਏਅਰਵੇਜ਼ ਦੇ ਪ੍ਰਮੋਟਰ ਸੀ। 19 ਅਪ੍ਰੈਲ 2019 ਤੋਂ ਬਾਅਦ ਖਰਾਬ ਵਿੱਤੀ ਸਥਿਤੀ ਕਾਰਨ ਜੈਟ ਏਅਰਵੇਜ਼ ਨੇ ਆਪਣਾ ਸੰਚਾਲਨ ਬੰਦ ਕਰ ਦਿੱਤਾ ਸੀ। ਪਰ ਇਸ ਦੇ ਨਵੇਂ ਪ੍ਰਮੋਟਰ ਜ਼ਾਲਾਨ ਕੈਲੌਕ ਕੰਸਟੋਰੀਅਮ ਦਾ ਹਿੱਸਾ ਬਣਨ ਤੋਂ ਬਾਅਦ ਜੈਟ ਏਅਰਵੇਜ਼ ਉਡਾਣ ਭਰਨ ਲਈ ਤਿਆਰ ਹੈ। ਏਅਰਲਾਈਨ ਨੂੰ ਸੁਰੱਖਿਅਤ ਮਨਜ਼ੂਰੀ ਵੀ ਮਿਲ ਗਈ ਹੈ। ਇਹ ਸਨ ਇਸ ਹਫਤੇ ਦੀਆਂ ਇਮੀਗ੍ਰੇਸ਼ਨ ਦੇ ਨਾਲ ਜੁੜੀਆਂ ਹੋਈਆਂ ਸਾਰੀਆਂ ਖਬਰਾਂ। ਵਰੁਣ ਕੌਰ ਮਾਨਵੀ ਪ੍ਰੋਗਰਾਮ ਇੱਥੇ ਖਤਮ ਕਰਨ ਦੀ ਦਿਓ ਆਗਿਆ। ਦੇਖਦੇ ਰਹੋ ਪੰਜਾਬ ਮੇਲ USA TV। ਅਗਲੇ ਹਫਤੇ ਫਿਰ ਤੋਂ ਲੈ ਕੇ ਹਾਜ਼ਰ ਹੋਵਾਂਗੇ ਪ੍ਰੋਗਰਾਮ ਵੀਕਲੀ ਇਮੀਗ੍ਰੇਸ਼ਨ ਅਪਡੇਟ। ਸਤਿ ਸ੍ਰੀ ਅਕਾਲ।